हाँ जी स्टूडेंट्स, last time we have done this chapter. We have started motion in one dimension. Okay, now I have told you these definitions: mechanics, statics, kinematics, dynamics. Then we have done this topic, rest and motion, in which we have studied that what is rest and what is motion. Rest अपने को सी कि when a body changes its position with respect to surrounding. This is the thing. With respect to, this is the main word है ना, ये ਆਪਾਂ ਧਿਆਨ ਰੱਖਣਾ ਹੈ। ਕਿਸੇ ਹੋਰ ਬੋਡੀ ਦੇ ਹਿਸਾਬ ਨਾਲ, ਜਿਹਨੂੰ ਆਪਾਂ ਇੱਕ ਰੈਫਰੈਂਸ ਬੋਡੀ ਕਹਿ ਸਕਦੇ ਹਾਂ ਜਾਂ ਇੱਕ ਰੈਫਰੈਂਸ ਪੁਆਇੰਟ ਕਹਿ ਸਕਦੇ ਹਾਂ, ਉਹਦੇ ਹਿਸਾਬ ਨਾਲ ਜਦੋਂ ਕੋਈ ਹੋਰ ਬੋਡੀ ਆਪਣੀ ਪੋਜੀਸ਼ਨ ਨੂੰ ਚੇਂਜ ਕਰਦੀ ਹੈ ਤਾਂ ਉਹ ਮੋਸ਼ਨ 'ਚ ਹੋਊਗੀ। ਜੇ ਉਹ ਚੇਂਜ ਨਹੀਂ ਕਰਦੀ ਤਾਂ ਉਹ ਬੋਡੀ ਰੈਸਟ ਵਿੱਚ ਹੋਏਗੀ। ਕਲੀਅਰ ਹੋ ਗਿਆ? ਮੋਸ਼ਨ ਦਾ ਵੀ ਆ ਗਿਆ ਆਪਣਾ ਵੀ ਇਫ ਇਟ ਚੇਂਜਸ ਇਟਸ ਪੋਜੀਸ਼ਨ ਵਿਦ ਰਿਸਪੈਕਟ ਟੂ ਦਾ ਸਰਾਊਂਡਿੰਗ, ਜੇ ਆਪਣੀ ਸਰਾਊਂਡਿੰਗ ਦੇ ਹਿਸਾਬ ਨਾਲ ਆਪਣੇ ਨੂੰ ਚੇਂਜ ਕਰਦਾ ਸੀ ਤਾਂ ਉਹ ਮੋਸ਼ਨ ਸੀ। ਠੀਕ ਹੈ, ਬਹੁਤ ਸਾਰੇ ਐਗਜ਼ਾਮਪਲਸ ਆਪਾਂ ਆਪਣੀ ਲਾਈਫ ਵਿੱਚੋਂ, ਆਪਣੇ ਆਸ-ਪਾਸ ਵਿੱਚੋਂ ਲੈ ਸਕਦੇ ਹਾਂ। ਫੈਨ ਚੱਲ ਰਿਹਾ ਹੈ, ਉਹਦੇ ਜਿਹੜੇ ਪੰਖ ਹੈ ਉਹ ਆਪਣੀ ਸਰਾਊਂਡਿੰਗਸ ਦੇ ਹਿਸਾਬ ਨਾਲ ਆਪਣੀ ਪੋਜੀਸ਼ਨ ਨੂੰ ਚੇਂਜ ਕਰ ਰਹੇ ਹੈ, ਦੈਟ ਇਜ਼ ਇਨ ਮੋਸ਼ਨ। ਠੀਕ ਹੈ, ਕੋਈ ਚੇਅਰ ਹੈ ਸਾਹਮਣੇ ਪਈ ਹੈ, ਉਹ ਆਪਣੀ ਪੋਜੀਸ਼ਨ ਨੂੰ ਚੇਂਜ ਨਹੀਂ ਕਰ ਰਹੀ ਹੈ ਨਾ ਵਿਦ ਰਿਸਪੈਕਟ ਟੂ ਇਟਸ ਸਰਾਊਂਡਿੰਗਸ, ਦੈਟ ਇਜ਼ ਐਟ ਰੈਸਟ। ਫਿਰ ਆਪਾਂ ਕਿਹਾ ਸੀਗਾ ਕਿ ਰੈਸਟ ਐਂਡ ਮੋਸ਼ਨ ਆਰ ਰਿਲੇਟਿਵ ਟਰਮਸ। ਇਹ ਰਿਲੇਟਿਵ ਟਰਮਸ ਨੇ। ਠੀਕ ਹੈ, ਇਕੱਲਾ ਆਪਾਂ ਰੈਸਟ ਨਹੀਂ ਕਿਸੇ ਬੋਡੀ ਨੂੰ ਕਹਿ ਸਕਦੇ, ਇਕੱਲਾ ਆਪਾਂ ਮੋਸ਼ਨ 'ਚ ਨਹੀਂ ਕਹਿ ਸਕਦੇ। ਕੱਲ ਵੀ ਆਪਾਂ ਡਿਸਕਸ ਕੀਤਾ ਸੀ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਇੱਕ ਇਹ ਵਾਲਾ ਆ ਰਿਹਾ ਪੋਜੀਸ਼ਨ, ਡਿਸਟੈਂਸ ਐਂਡ ਡਿਸਪਲੇਸਮੈਂਟ। ਡੈਫੀਨੇਸ਼ਨਸ ਹੈ। ਪੋਜੀਸ਼ਨ ਦਾ ਕੀ ਮਤਲਬ ਹੈ? Position of an object is always defined with respect to some reference point which we generally refer to as origin। ਆਪਾਂ ਜਿਹੜਾ ਰੈਫਰੈਂਸ ਪੁਆਇੰਟ ਹੈ ਉਹ ਜਦੋਂ ਆਪਾਂ ਆਮ ਤੌਰ ਤੇ ਗੱਲ ਕਰਦੇ ਆਪਾਂ ਓਰੀਜਨ ਦਾ ਮਤਲਬ ਸਮਝਦੇ ਹੋ? ਗ੍ਰਾਫ ਆਪਾਂ ਬਣਾਉਂਦੇ ਹੁੰਦੇ ਸੀ ਜਿੱਥੇ ਦੋ ਲਾਈਨਾਂ ਮੀਟ ਕਰਦੀਆਂ ਹੈ ਨਾ, ਐਕਸ ਐਕਸਿਸ ਤੇ ਵਾਈ ਐਕਸਿਸ, ਜਿਹਨੂੰ ਆਪਾਂ 0 0 ਲੈਂਦੇ ਸੀ, ਦੈਟ ਇਜ਼ ਆਵਰ ਓਰੀਜਨ, ਜਿਹਨੂੰ ਆਪਾਂ O ਨਾਲ ਡਿਫਾਈਨ ਕਰਦੇ ਸੀ, ਦੈਟ ਇਜ਼ ਓਰੀਜਨ। ਠੀਕ ਹੈ, ਤਾਂ ਪੋਜੀਸ਼ਨ ਆਪਾਂ ਓਰੀਜਨ ਤੋਂ ਲਵਾਂਗੇ। ਕੋਈ ਬੋਡੀ ਕਿੰਨੇ ਡਿਸਟੈਂਸ ਤੇ ਹੈ, ਕਿਸ ਡਾਇਰੈਕਸ਼ਨ 'ਚ ਹੈ, ਉਹ ਪੋਜੀਸ਼ਨ ਹੋ ਜਾਏਗੀ ਹੁੰਦੀ। ਠੀਕ ਹੈ, ਕਲੀਅਰ ਹੋ ਗਿਆ? ਹੁਣ ਪੋਜੀਸ਼ਨ ਨੂੰ ਡਿਫਾਈਨ ਕਰਨ ਵਾਸਤੇ ਆਪਣੇ ਕੋਲ ਦੋ ਕੁਆਂਟੀਟੀਜ਼ ਹੈ, ਵਨ ਇਜ਼ ਡਿਸਟੈਂਸ ਐਂਡ ਵਨ ਇਜ਼ ਡਿਸਪਲੇਸਮੈਂਟ। ਪਹਿਲੇ ਆਪਾਂ ਦੇਖਦੇ ਹਾਂ ਡਿਸਟੈਂਸ ਦਾ ਕੀ ਮਤਲਬ ਹੈ। ਡਿਸਟੈਂਸ ਦਾ ਮਤਲਬ ਕੀ ਹੈ ਕਿ ਐਕਚੁਅਲ ਪਾਥ ਟਰੈਵਲਡ ਬਾਈ ਦਾ ਬੋਡੀ ਡਿਊਰਿੰਗ ਦਾ ਕੋਰਸ ਆਫ ਮੋਸ਼ਨ। ਇੱਕ ਬੋਡੀ ਮੋਸ਼ਨ 'ਚ ਹੈ, ਤੁਸੀਂ ਆਪਣੇ ਘਰ ਤੋਂ ਮੰਨ ਲਓ ਆਪਣੇ ਸਕੂਲ 'ਚ ਜਾ ਰਹੇ ਹੋ, ਤੁਸੀਂ ਐਕਚੁਅਲ ਪਾਥ, ਇੱਥੇ ਦੇਖੋ ਸ਼ਬਦ ਕੀ ਹੈ ਆਪਣਾ ਸਪੈਸੀਫਿਕ, ਆਪਾਂ ਕਿਸ ਚੀਜ਼ ਨੂੰ ਕਰਨਾ ਹੈ? ਐਕਚੁਅਲ ਪਾਥ। ਐਕਚੁਅਲ ਪਾਥ ਕਿੰਨਾ ਹੈ? ਤੁਸੀਂ ਘਰ ਤੋਂ ਚੱਲੇ, ਸਪੋਜ਼ ਕਰੋ ਆਪਾਂ ਮੀਟਰਸ ਵਿੱਚ ਲੈਂਦੇ ਹਾਂ, ਤੁਸੀਂ ਕੋਈ ਸੜਕ ਆ ਗਈ, ਤੁਸੀਂ ਇੱਧਰ ਮੁੜ ਗਏ ਹੈ ਨਾ, ਫਿਰ ਇੱਕ ਹੋਰ ਟਰਨ ਆ ਗਿਆ, ਤੁਸੀਂ ਉੱਧਰ ਮੁੜ ਗਏ, ਐ ਚਲਦੇ ਚਲਦੇ ਸਪੋਜ਼ ਕਰੋ ਤੁਸੀਂ 100 ਮੀਟਰ ਟੋਟਲ ਕਵਰ ਕੀਤਾ, ਪਾਥ ਕਵਰ ਕੀਤਾ ਐਕਚੁਅਲ 'ਚ, ਤਾਂ 100 ਮੀਟਰ ਤੁਹਾਡਾ ਕੀ ਹੋ ਗਿਆ? ਡਿਸਟੈਂਸ ਕਵਰਡ। ਠੀਕ ਹੈ, ਤੁਹਾਡਾ ਡਿਸਟੈਂਸ ਕਿੰਨਾ ਆ ਜਾਊਗਾ? 100 ਮੀਟਰ। ਇਹਦੇ 'ਚ ਕੋਈ ਡਾਇਰੈਕਸ਼ਨ ਦਾ ਕੋਈ ਮਤਲਬ ਨਹੀਂ, ਆਪਾਂ ਕੋਈ ਡਾਇਰੈਕਸ਼ਨ ਨਹੀਂ ਦੇਖੀ ਕਿੱਧਰ ਨੂੰ ਜਾ ਰਹੇ ਹਾਂ, ਆਪਾਂ ਸਿਰਫ ਇਹ ਦੇਖਿਆ ਵੀ ਜਿਹੜੇ ਸਾਈਡ ਤੇ ਵੀ ਆਪਣਾ ਸਕੂਲ ਦਾ ਰਸਤਾ ਹੈ ਆਪਾਂ ਉਵੇਂ ਮੁੜਦੇ ਗਏ ਹੈ ਨਾ, ਤੇ ਆਪਾਂ ਐਕਚੁਅਲ 'ਚ 100 ਮੀਟਰ ਪਾਥ ਕਵਰ ਕਰ ਲਿਆ। ਐਕਚੁਅਲ ਪਾਥ ਹੈ ਆਪਣਾ, ਤਾਂ ਡਿਸਟੈਂਸ ਵਿਲ ਬੀ 100। ਤਾਂ ਇਹਦਾ ਐਸਆਈ ਯੂਨਿਟ ਹੈ ਰਾਜੇ, ਯੂਨਿਟ ਹੁੰਦਾ ਹੈ ਮੀਟਰ। ਠੀਕ ਹੈ, ਐਸਆਈ ਯੂਨਿਟ ਇਹਦਾ ਕੀ ਹੈ? ਮੀਟਰ ਹੈ। ਓਕੇ, ਜਦੋਂ ਆਪਾਂ ਗੱਲ ਕਰਾਂਗੇ ਡਿਸਟੈਂਸ, ਤਾਂ ਡਿਸਟੈਂਸ ਦਾ ਯੂਨਿਟ ਕੀ ਆ ਜਾਏਗਾ? ਮੀਟਰ। ਡਾਇਮੈਂਸ਼ਨਲ ਫਾਰਮੂਲਾ ਹੁੰਦਾ ਹੈ MLT ਨਾਲ ਆਪਾਂ ਰਿਪਰੈਜ਼ੈਂਟ ਕਰਦੇ ਹਾਂ, ਵੇਅਰ M ਰਿਪਰੈਜ਼ੈਂਟਸ ਮਾਸ, L ਇਜ਼ ਲੈਂਥ, T ਇਜ਼ ਟਾਈਮ। ਆਪਾਂ ਫਿਰ ਡਿਸਕਸ ਕਰਾਂਗੇ ਇਹਨਾਂ ਬਾਰੇ ਵੀ। ਤਾਂ ਇੱਥੇ ਲੈਂਥ ਹੈ ਕਿਉਂਕਿ ਇਕੱਲਾ ਇਹ ਲੈਂਥ ਹੈ ਨਾ, ਮੀਟਰ ਹੈ ਇਕੱਲਾ ਲੈਂਥ ਹੈ, ਇਸ ਲਈ L ਦੀ ਵੈਲਿਊ 1L, L ਰੇਜ਼ ਟੂ ਦੀ ਪਾਵਰ 1, M 0 ਹੈ, T 0 ਹੈ ਨਾ, ਇਹਨੂੰ ਆਪਾਂ ਇੱਦਾਂ ਰਿਪਰੈਜ਼ੈਂਟ ਕਰਦੇ ਹਾਂ, ਇਟ ਇਜ਼ ਨੋਨ ਐਜ਼ ਡਾਇਮੈਂਸ਼ਨਲ ਫਾਰਮੂਲਾ। ਤਾਂ ਜੇ ਆਪਾਂ ਡਿਸਟੈਂਸ ਦੀ ਗੱਲ ਕਰਾਂਗੇ, ਡਿਸਟੈਂਸ ਦਾ ਡਾਇਮੈਂਸ਼ਨਲ ਫਾਰਮੂਲਾ ਕੀ ਹੈ? ਤਾਂ ਉਹ ਕੀ ਆ ਜਾਏਗਾ? M0 L1 T0, ਕਿਉਂਕਿ ਇਹਦੇ 'ਚ ਟਾਈਮ ਨਹੀਂ ਹੈ, ਮਾਸ ਨਹੀਂ ਹੈ, ਇਕੱਲਾ ਲੈਂਥ ਹੈ। ਇੱਥੇ ਆ ਮੀਟਰ ਨਹੀਂ ਇਹਨੂੰ ਕੰਸੀਡਰ ਕਰ ਲੈਣਾ, M ਇਜ਼ ਨੋਟ ਮੀਟਰ, ਇਟ ਇਜ਼ ਮਾਸ। ਓਕੇ, L ਇਜ਼ length and T is time।
ਇਹ ਤਿੰਨ ਚੀਜ਼ਾਂ ਇੱਥੇ ਆਪਣੇ ਕੋਲ ਆਉਣਗੀਆਂ। ਹੁਣ ਦੂਸਰੀ ਚੀਜ਼ ਹੈ ਡਿਸਪਲੇਸਮੈਂਟ। ਆਪਾਂ ਗੱਲ ਕਰ ਰਹੇ ਸੀ ਉੱਪਰ ਪੋਜੀਸ਼ਨ ਦੀ, ਹੈ ਨਾ, ਪੋਜੀਸ਼ਨ ਨੂੰ ਆਪਾਂ ਡਿਸਕ੍ਰਾਈਬ ਕਰਨਾ ਕਿਸੇ ਬੋਡੀ ਦੀ। ਤਾਂ ਇੱਕ ਆ ਗਿਆ ਪੁਆਇੰਟ ਡਿਸਟੈਂਸ ਦਾ, ਵੀ ਆਪਾਂ ਡਿਸਟੈਂਸ ਲਵਾਂਗੇ। ਦੂਸਰੀ ਚੀਜ਼ ਹੈ ਡਿਸਪਲੇਸਮੈਂਟ। ਹੁਣ ਡਿਸਪਲੇਸਮੈਂਟ ਦਾ ਕੀ ਮਤਲਬ ਹੈ? ਡਿਸਪਲੇਸਮੈਂਟ 'ਚ ਰਾਜੇ ਆਪਾਂ ਇਹ ਦੇਖਾਂਗੇ ਵੀ ਆਪਾਂ ਜਿੱਥੋਂ ਸਟਾਰਟ ਕੀਤਾ, ਇੱਕ ਪੁਆਇੰਟ ਹੈ, ਮੰਨ ਲਓ ਇਹ ਤੁਹਾਡਾ ਘਰ, ਇੱਕ ਤੁਹਾਡਾ ਸਕੂਲ ਸੀ ਜਿੱਥੇ ਤੁਸੀਂ ਪਹੁੰਚਣਾ ਸੀ, ਦੈਟ ਇਜ਼ ਐਂਡ ਪੁਆਇੰਟ। ਇੱਕ ਹੈ ਸਟਾਰਟ ਪੁਆਇੰਟ, ਇੱਕ ਹੈ ਐਂਡ ਪੁਆਇੰਟ। ਪਹਿਲੇ ਵਿੱਚ ਆਪਾਂ ਐਕਚੁਅਲ ਪਾਥ ਲਿਆ, ਵੀ ਤੁਸੀਂ ਪਹਿਲੇ ਸਿੱਧਾ ਗਏ, ਆਪਣੇ ਘਰ ਤੋਂ ਨਿਕਲੇ, ਹੈ ਨਾ, ਗਲੀ 'ਚ, ਫਿਰ ਤੁਸੀਂ ਰਾਈਟ ਟਰਨ ਕੀਤਾ ਸਪੋਜ਼, ਫਿਰ ਥੋੜਾ ਡਿਸਟੈਂਸ ਕਵਰ ਕੀਤਾ, ਫਿਰ ਇੱਕ ਹੋਰ ਗਲੀ ਆ ਗਈ, ਤੁਸੀਂ ਲੈਫਟ ਟਰਨ ਕੀਤਾ, ਫਿਰ ਇੱਕ ਹੋਰ ਅੱਗੇ ਆ ਕੇ ਕ੍ਰੋਸਿੰਗ ਆ ਗਿਆ, ਤੁਸੀਂ ਫਿਰ ਲੈਫਟ ਟਰਨ ਕੀਤਾ, ਫਿਰ ਤੁਸੀਂ ਰਾਈਟ ਟਰਨ ਕੀਤਾ, ਫਿਰ ਇੱਦਾਂ ਪਹੁੰਚਦੇ ਪਹੁੰਚਦੇ ਤੁਸੀਂ ਆਪਣੇ ਸਕੂਲ ਪਹੁੰਚੇ ਸੀ। ਉਹ ਜਿਹੜਾ ਐਕਚੁਅਲ ਪਾਥ ਆਪਾਂ ਜਿੰਨਾ ਵੀ ਪਾਥ ਕਵਰ ਕੀਤਾ ਸੀ, ਉਹ ਡਿਸਟੈਂਸ ਹੋ ਗਿਆ ਸੀ। ਹੁਣ ਆ ਗਈ ਗੱਲ ਡਿਸਪਲੇਸਮੈਂਟ ਦੀ। ਵਾਟ ਇਜ਼ ਡਿਸਪਲੇਸਮੈਂਟ? ਡਿਸਪਲੇਸਮੈਂਟ 'ਚ ਆਪਾਂ ਲਵਾਂਗੇ ਇਨੀਸ਼ੀਅਲ ਪੋਜੀਸ਼ਨ ਸਾਡੀ ਕੀ ਸੀ, ਫਾਈਨਲ ਪੋਜੀਸ਼ਨ ਸਾਡੀ ਕੀ ਸੀ, ਘਰ, ਤੇ ਦੂਸਰਾ ਕੀ ਸੀ, ਸਕੂਲ। ਆਪਾਂ ਉਹਨਾਂ ਦੋਨਾਂ ਚੀਜ਼ਾਂ ਨੂੰ ਇੱਕ ਸਟ੍ਰੇਟ ਲਾਈਨ ਨਾਲ ਜੁਆਇਨ ਕਰ ਦਿਆਂਗੇ। ਹੁਣ ਆਪਾਂ ਨੂੰ ਇਹ ਨਹੀਂ ਮਤਲਬ ਇੱਧਰ ਮੁੜੇ ਸੀ, ਉੱਧਰ ਮੁੜੇ ਸੀ, ਇੱਧਰ ਮੁੜੇ ਸੀ। ਆਪਾਂ ਦੋ ਪੁਆਇੰਟਸ ਲੈ ਲਏ, ਦੋਨਾਂ ਪੁਆਇੰਟਸ ਨੂੰ ਇੱਕ ਸਟ੍ਰੇਟ ਲਾਈਨ ਨਾਲ ਡਿਸਟੈਂਸ ਨਾਲ ਉਹਨੂੰ ਜੁਆਇਨ ਕਰਤਾ, ਸਟ੍ਰੇਟ ਲਾਈਨ ਨਾਲ, ਤਾਂ ਉਹਨੂੰ ਆਪਾਂ ਬੋਲਾਂਗੇ ਡਿਸਪਲੇਸਮੈਂਟ। ਠੀਕ ਹੈ, ਇਟ ਇਜ਼ ਦਾ ਡਿਫਰੈਂਸ ਬਿਟਵੀਨ ਦਾ ਫਾਈਨਲ ਐਂਡ ਇਨੀਸ਼ੀਅਲ ਪੋਜੀਸ਼ਨ। ਜਿਹੜਾ ਹੁੰਦਾ ਫਾਈਨਲ ਪੋਜੀਸ਼ਨ ਕੀ ਹੈ, ਸਕੂਲ। ਇਨੀਸ਼ੀਅਲ ਪੋਜੀਸ਼ਨ ਤੁਹਾਡੀ ਕੀ ਹੈ, ਤੁਹਾਡਾ ਹਾਊਸ। ਹਾਊਸ ਤੋਂ ਲੈ ਕੇ ਸਕੂਲ ਤੱਕ ਦਾ ਆਪਾਂ ਡਾਇਰੈਕਟ ਇੱਕ ਸਟ੍ਰੇਟ ਲਾਈਨ ਡਰਾ ਕਰ ਦਿਆਂਗੇ, ਡਾਇਰੈਕਟ। ਠੀਕ ਹੈ, ਉਹ ਜਿੰਨੀ ਚੀਜ਼ ਆਏਗੀ ਉਸ ਨੂੰ ਆਪਾਂ ਕੀ ਬੋਲਾਂਗੇ, ਦੈਟ ਇਜ਼ ਯੋਰ ਡਿਸਪਲੇਸਮੈਂਟ। ਓਕੇ, ਯੂਨਿਟ ਇਹਦਾ ਵੀ ਰਾਜੇ ਉਵੇਂ ਹੀ ਹੈ, ਮੀਟਰ ਆਏਗਾ। ਠੀਕ ਹੈ, ਜੇ ਆਪਾਂ ਗੱਲ ਕਰਾਂਗੇ ਐਸਆਈ ਯੂਨਿਟ, ਇਹਦਾ ਵੀ ਮੀਟਰ ਹੈ ਸੇਮ, ਇਹਦਾ ਵੀ, ਕਿਉਂਕਿ ਇਹ ਵੀ ਡਿਸਟੈਂਸ ਹੀ ਇੱਕ ਤਰ੍ਹਾਂ ਦਾ, ਹੈ ਨਾ, ਵੀ ਦੂਰੀ ਹੈ, ਤਾਂ ਇਸ ਕਰਕੇ ਇਹ ਵੀ ਮੀਟਰ ਵਿੱਚ ਹੈ। ਡਾਇਮੈਂਸ਼ਨ ਇਹਦਾ ਵੀ ਸੇਮ ਹੀ ਹੈ, ਫਾਰਮੂਲਾ M0L1T0। ਓਕੇ, ਤਾਂ ਅੱਗੇ ਨੈਕਸਟ ਪੇਜ ਦੇ ਉੱਪਰ ਤੁਹਾਡੇ ਕੋਲ ਆਹੀ ਡਿਫਰੈਂਸ ਦਿੱਤੇ ਹੋਏ ਆ, ਡਿਫਰੈਂਸ ਬਿਟਵੀਨ ਡਿਸਟੈਂਸ ਐਂਡ ਡਿਸਪਲੇਸਮੈਂਟ। ਦਿਸ ਯੂ ਕੈਨ ਡੂ, ਇਹ ਤੁਸੀਂ ਪੜ੍ਹ ਸਕਦੇ ਹੋ। ਐਕਚੁਅਲ ਪਾਥ ਆਫ ਲੈਂਥ ਕਵਰਡ, ਦੈਟ ਇਜ਼ ਡਿਸਟੈਂਸ। ਇਹ ਜਿਹੜਾ ਡਿਸਪਲੇਸਮੈਂਟ ਹੈ, ਇਹ ਹੈ ਇਨੀਸ਼ੀਅਲ ਤੇ ਫਾਈਨਲ ਪੋਜੀਸ਼ਨ ਦੇ ਵਿੱਚ ਕਿੰਨਾ ਡਿਫਰੈਂਸ ਹੈ, ਉਹਨਾਂ ਨੂੰ ਆਪਾਂ ਡਿਸਪਲੇਸਮੈਂਟ ਬੋਲਾਂਗੇ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਇੱਕ ਚੀਜ਼ ਇੱਥੇ ਆ ਰਹੀ ਹੈ, ਇਟ ਇਜ਼ ਅ ਸਕੇਲਰ ਕੁਆਂਟੀਟੀ, ਐਂਡ ਇੱਧਰ ਲਿਖਿਆ ਹੋਇਆ ਹੈ ਡਿਸਪਲੇਸਮੈਂਟ 'ਚ ਇਟ ਇਜ਼ ਅ ਵੈਕਟਰ ਕੁਆਂਟੀਟੀ। ਇਹਨਾਂ ਦਾ ਕੀ ਮਤਲਬ ਹੈ? ਸਕੇਲਰ ਕੁਆਂਟੀਟੀਜ਼ ਤੇ ਵੈਕਟਰ ਕੁਆਂਟੀਟੀਜ਼ ਦੋ ਤਰ੍ਹਾਂ ਦੀ ਕੁਆਂਟੀਟੀਜ਼ ਹੈ ਆਪਣੇ ਕੋਲ ਫਿਜ਼ਿਕਸ ਵਿੱਚ। ਸਕੇਲਰ ਦਾ ਮਤਲਬ ਹੁੰਦਾ ਹੈ ਜਿਹਦੇ 'ਚ ਕੀ ਹੈ, ਕੱਲਾ ਮੈਗਨੀਚਿਊਡ ਹੈ, ਦੇਰ ਇਜ਼ ਨੋ ਡਾਇਰੈਕਸ਼ਨ ਐਸੋਸੀਏਟਿਡ। ਕਲੀਅਰ? ਮੈਗਨੀਚਿਊਡ ਦਾ ਮਤਲਬ ਤਾਂ ਸਮਝਦੇ ਹੋ ਨਾ, ਵੀ ਉਹਦੀ ਮਾਤਰਾ ਕਿੰਨੀ ਹੈ ਕਿਸੇ ਚੀਜ਼ ਦੀ। ਮੰਨ ਲਓ ਜਿਵੇਂ ਆਪਾਂ ਥਰਮਾਮੀਟਰ ਨਾਲ ਟੈਂਪਰੇਚਰ ਮਾਪਦੇ ਹਾਂ ਬੋਡੀ ਦਾ। ਸਪੋਜ਼ ਕਰੋ ਜਿਹੜਾ ਥਰਮਾਮੀਟਰ ਆਪਾਂ ਯੂਜ਼ ਕਰਦੇ ਹਾਂ, ਡਾਕਟਰ ਥਰਮਾਮੀਟਰ, ਉਹਦੇ ਤੇ ਆਪਣਾ ਟੈਂਪਰੇਚਰ ਆ ਰਿਹਾ 99 ਡਿਗਰੀ ਫਾਰਨਾਈਟ ਹੁੰਦਾ ਹੈ ਨਾ, ਤਾਂ 99 ਉਹਦੀ ਵੈਲਿਊ ਹੈ, ਦੈਟ ਇਜ਼ ਮੈਗਨੀਚਿਊਡ। ਹੁਣ ਉਹਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ ਬੇਟਾ, ਹੈ ਨਾ। ਜਿਹੜਾ ਆਪਾਂ ਥਰਮਾਮੀਟਰ ਨਾਲ ਟੈਂਪਰੇਚਰ ਆਪਣੀ ਬੋਡੀ ਦਾ ਮੈਜ਼ਰ ਕਰ ਰਹੇ ਹਾਂ, ਉਹਦੀ ਕੋਈ ਡਾਇਰੈਕਸ਼ਨ ਨਹੀਂ ਨਾ ਹੈਗੀ, ਵੀ ਈਸਟ ਵਾਲੇ ਪਾਸੇ ਹੈ ਕਿ ਵੈਸਟ ਵਾਲੇ ਪਾਸੇ ਹੈ, ਕਿ ਅਪਵਰਡ ਡਾਇਰੈਕਸ਼ਨ 'ਚ ਹੈ ਕਿ ਡਾਊਨਵਰਡ ਡਾਇਰੈਕਸ਼ਨ 'ਚ ਹੈ ਨਾ, ਕੋਈ ਡਾਇਰੈਕਸ਼ਨ ਨਹੀਂ ਹੈ। ਜਸਟ ਕੀ ਹੈ, 99 ਡਿਗਰੀ। ਤੁਸੀਂ ਪਾਣੀ ਦਾ ਟੈਂਪਰੇਚਰ ਮਾਪਿਆ, ਸਪੋਜ਼ 50 ਡਿਗਰੀ ਸੈਲਸੀਅਸ ਹੈ ਵਾਟਰ, ਤਾਂ ਉਹ ਵੈਲਿਊ ਹੈ, ਕੱਲਾ ਮੈਗਨੀਚਿਊਡ ਹੈ। ਇਟ ਇਜ਼ ਨੋਟ ਹੈਵਿੰਗ ਐਨੀ ਡਾਇਰੈਕਸ਼ਨ, ਦੇਅਰਫੋਰ ਇਹੋ ਜਿਹੇ ਕੁਆਂਟੀਟੀਜ਼ ਨੂੰ ਆਪਾਂ ਕੀ ਬੋਲਾਂਗੇ, ਸਕੇਲਰ ਕੁਆਂਟੀਟੀ। ਹੁਣ ਡਿਸਟੈਂਸ ਦੀ ਆਪਾਂ ਗੱਲ ਕਰ ਰਹੇ ਸੀ, ਡਿਸਟੈਂਸ ਆਪਣਾ ਕੀ ਹੈ, ਸਕੇਲਰ ਕੁਆਂਟੀਟੀ ਹੈ। ਕਿਉਂ? ਕਿਉਂਕਿ ਇਹਦੇ 'ਚ ਆਪਾਂ ਕਿਹਾ ਸੀ ਤੁਸੀਂ ਘਰ ਤੋਂ ਚੱਲੇ, ਸਕੂਲ ਤੱਕ ਜਾਣਾ ਹੈ, ਐਕਚੁਅਲ ਪਾਥ ਤੁਸੀਂ ਜਿੱਧਰ ਮਰਜ਼ੀ ਜਾਈ ਜਾਓ। ਠੀਕ ਹੈ, ਐਕਚੁਅਲ ਪਾਥ ਆਪਾਂ ਲਵਾਂਗੇ। ਠੀਕ ਹੈ, ਤਾਂ ਇਸ ਕਰਕੇ ਇਹਦੇ 'ਚ ਕੋਈ ਡਾਇਰੈਕਸ਼ਨ ਦਾ ਆਪਾਂ ਹਿਸਾਬ ਨਹੀਂ ਰੱਖਿਆ ਸੀਗਾ, ਦੇਅਰਫੋਰ ਇਟ ਇਜ਼ ਅ ਸਕੇਲਰ ਕੁਆਂਟੀਟੀ। ਜਦੋਂ ਕਿ ਡਿਸਪਲੇਸਮੈਂਟ ਜਿਹੜਾ ਹੈ, ਇਹਦੇ 'ਚ ਡਾਇਰੈਕਸ਼ਨ ਆਊਗੀ, ਕਿਉਂਕਿ ਇਹਦੇ 'ਚ ਤੁਸੀਂ ਡਾਇਰੈਕਟ ਸਟ੍ਰੇਟ ਲਾਈਨ ਨਾਲ ਜੁਆਇਨ ਕਰਤਾ ਇਨੀਸ਼ੀਅਲ ਪੁਆਇੰਟ ਨੂੰ ਤੇ ਐਂਡ ਪੁਆਇੰਟ ਨੂੰ। ਹੁਣ ਉਹ ਜਦੋਂ ਸਟ੍ਰੇਟ ਲਾਈਨ ਨਾਲ ਜੁਆਇਨ ਕਰੋਗੇ, ਉਹਦੀ ਇੱਕ ਡਾਇਰੈਕਸ਼ਨ ਹੋਊਗੀ। ਜੇ ਆਪਾਂ ਡਾਇਰੈਕਸ਼ਨ ਬਦਲ ਦਿਆਂਗੇ, ਤੁਸੀਂ ਉਸ ਜਗ੍ਹਾ ਤੇ ਨਹੀਂ ਪਹੁੰਚਣਾ, ਕਿਤੇ ਹੋਰ ਪਹੁੰਚ ਜਾਓਗੇ। ਕਲੀਅਰ ਨਾ? ਤਾਂ ਇਸ ਕਰਕੇ ਵੈਕਟਰ ਕੁਆਂਟੀਟੀ ਹੈ ਡਿਸਪਲੇਸਮੈਂਟ। Similarly, third point ਹੈ, the distance traveled by an object during the course of motion is never negative. Distance negative ਨਹੀਂ ਹੁੰਦਾ। ਠੀਕ ਹੈ, distance is always positive. Distance ਜਦੋਂ ਆਪਾਂ ਟਰੈਵਲ ਕਰਾਂਗੇ, ਤੁਸੀਂ ਘਰ ਤੋਂ ਚੱਲੇ ਸਕੂਲ ਤੱਕ ਜਾਣਾ ਹੈ, ਤਾਂ ਉਹ ਨੈਗੇਟਿਵ ਨਹੀਂ ਹੋ ਸਕਦਾ। ਤੁਸੀਂ ਚੱਲ ਰਹੇ ਹੋ ਤਾਂ ਉਹ ਪੋਜ਼ਿਟਿਵ ਡਿਸਟੈਂਸ ਹੈ, 1 ਮੀਟਰ ਹੋ ਗਿਆ, 2 ਮੀਟਰ ਹੋ ਗਿਆ, 3, ਉਹ -3 ਮੀਟਰ ਨਹੀਂ ਹੋ ਸਕਦਾ, -5 ਮੀਟਰ ਨਹੀਂ ਹੋ ਸਕਦਾ। ਠੀਕ ਹੈ, 0 ਵੀ ਨਹੀਂ ਹੋ ਸਕਦਾ। ਜੇ ਤੁਸੀਂ ਘਰੋਂ ਚੱਲੇ ਹੀ ਨਹੀਂ, ਤਾਂ ਇਹਦਾ ਮਤਲਬ ਕੀ ਹੈ, ਡਿਸਟੈਂਸ 0। ਠੀਕ ਹੈ, ਤਾਂ distance traveled by an object during the course of motion is never negative or zero and is always positive.
ਜੇ ਤੁਸੀਂ ਚੱਲੇ ਹੀ ਨਹੀਂ, ਇਹਦਾ ਮਤਲਬ ਤੁਸੀਂ ਕੁਝ ਟਰੈਵਲ ਹੀ ਨਹੀਂ ਕੀਤਾ। ਜੇ ਟਰੈਵਲ ਨਹੀਂ ਕੀਤਾ ਤਾਂ ਇਹਦਾ ਮਤਲਬ ਕੋਈ ਡਿਸਟੈਂਸ ਨਹੀਂ ਤੁਹਾਡਾ, ਤਾਂ ਜ਼ੀਰੋ ਵੀ ਵੈਲਿਊ ਨਹੀਂ ਆ ਸਕਦੀ, ਨੈਗੇਟਿਵ ਵੀ ਨਹੀਂ ਆ ਸਕਦੀ। ਤਾਂ ਜਦੋਂ ਇਹਦੀ ਵੈਲਿਊ ਆਊਗੀ ਤਾਂ ਹਮੇਸ਼ਾ ਪੋਜ਼ਿਟਿਵ ਆਊਗੀ। ਠੀਕ ਹੈ, ਤਾਂ ਇੱਥੇ ਲਿਖਿਆ ਨਾ, ਦ ਡਿਸਟੈਂਸ ਟਰੈਵਲਡ ਇਜ਼ ਆਈਦਰ ਇਕੁਅਲ ਔਰ ਗ੍ਰੇਟਰ ਦੈਨ ਜ਼ੀਰੋ। ਠੀਕ ਹੈ, ਤਾਂ ਇੱਧਰ ਜਿਹੜਾ ਹੈਗਾ ਦ ਡਿਸਪਲੇਸਮੈਂਟ ਆਫ ਐਨ ਆਬਜੈਕਟ ਮੇ ਬੀ ਪੋਜ਼ਿਟਿਵ, ਡਿਸਪਲੇਸਮੈਂਟ ਪੋਜ਼ਿਟਿਵ ਵੀ ਹੋ ਸਕਦੀ ਹੈ ਦੇਖੋ। ਠੀਕ ਹੈ, ਨੈਗੇਟਿਵ ਵੀ ਹੋ ਸਕਦੀ ਹੈ, ਈਵਨ ਜ਼ੀਰੋ ਵੀ ਹੋ ਸਕਦੀ ਹੈ, ਕਿਉਂਕਿ ਡਿਸਪਲੇਸਮੈਂਟ ਰਾਜੇ ਆਪਾਂ ਮੈਗਨੀਚਿਊਡ ਲੈਣਾ ਹੈ ਇਨੀਸ਼ੀਅਲ ਪੁਆਇੰਟ ਤੋਂ ਐਂਡ ਪੁਆਇੰਟ ਤੱਕ ਦਾ, ਕਿੰਨੀ ਦੂਰੀ ਆਪਾਂ ਉਹ ਲੈਣੀ ਹੈ, ਸਟ੍ਰੇਟ ਲਾਈਨ ਨਾਲ ਡਰਾ ਕਰਾਂਗੇ। ਇਹ ਨੈਗੇਟਿਵ ਵੀ ਹੋ ਸਕਦਾ ਹੈ। ਜੇ ਤੁਸੀਂ ਉਹਦੇ ਆਪੋਜ਼ਿਟ ਵਾਲੇ ਪਾਸੇ ਨੂੰ ਚਲੇ ਗਏ ਤਾਂ ਨੈਗੇਟਿਵ ਹੋ ਜਾਊਗਾ, ਡਾਇਰੈਕਸ਼ਨ ਚੇਂਜ ਹੋਗੀ ਤਾਂ ਨੈਗੇਟਿਵ ਹੋ ਜਾਊਗਾ। ਜੇ ਆਪਾਂ ਐਕਸ ਐਕਸਿਸ ਦੇ ਅਲੋਂਗ ਲੈਂਦੇ ਆ, ਜੇ ਆਪਾਂ ਰਾਈਟ ਸਾਈਡ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਐਕਸ ਦੀ ਵੈਲਿਊਜ਼ ਪਲੱਸ ਹੈ, ਲੈਫਟ ਵਾਲੇ ਪਾਸੇ ਨੂੰ ਚਲੇ ਗਏ ਆਪਾਂ ਨਹੀਂ ਤਾਂ ਉਹ ਮਾਈਨਸ ਵੈਲਿਊ ਹੋ ਜਾਂਦੀ ਹੈ। ਠੀਕ ਹੈ, ਇੱਥੇ ਡਿਸਪਲੇਸਮੈਂਟ ਜ਼ੀਰੋ ਵੀ ਆ ਸਕਦੀ। ਜ਼ੀਰੋ ਕਿਵੇਂ ਆਊਗੀ ਰਾਜੇ? ਮੰਨ ਲਓ ਤੁਸੀਂ ਇੱਕ A ਪੁਆਇੰਟ ਤੋਂ ਸਟਾਰਟ ਕੀਤਾ, ਮੰਨ ਲਓ ਆਪਾਂ ਇੱਕ ਸਰਕਲ ਲੈ ਲਿਆ, ਸਰਕਲ ਸਮਝ ਗਏ, ਸਰਕਲ, ਜਾਂ ਮੰਨ ਲਓ ਇੱਕ ਸਕੁਅਰ ਲੈ ਲਿਆ ABCD, ਸਕੁਅਰ ਆ ਗਿਆ ਧਿਆਨ ਚ ਨਾ, 4 ਸਾਈਡਡ ਆਪਣੇ ਕੋਲ ਇੱਕ ਪਾਥ ਹੈ ABCD। ਤੁਸੀਂ A ਤੋਂ ਚੱਲੇ B ਤੇ ਚਲੇ ਗਏ, B ਤੋਂ ਤੁਸੀਂ C ਵਾਲੇ ਪਾਸੇ ਚਲੇ ਗਏ, C ਤੋਂ ਤੁਸੀਂ D ਤੇ ਆ ਗਏ, D ਤੋਂ ਵਾਪਸ A ਤੇ ਆ ਗਏ। ਤੁਸੀਂ ਪੂਰਾ ਮਤਲਬ ਪੂਰੇ ਸਕੁਅਰ ਦੇ ਰਾਊਂਡ ਆਪਾਂ ਟਰੈਵਲ ਕਰ ਲਿਆ, ਵਾਪਸ A ਤੇ ਆ ਗਏ, ਜਿੱਥੋਂ ਸਟਾਰਟ ਕੀਤਾ ਸੀ ਉੱਥੇ ਹੀ ਵਾਪਸ ਆ ਗਏ। ਡਿਸਪਲੇਸਮੈਂਟ ਆਪਾਂ ਕੀ ਕਿਹਾ ਸੀ, ਕੀ ਹੁੰਦਾ? ਸਟਾਰਟ ਪੁਆਇੰਟ ਔਰ ਐਂਡ ਪੁਆਇੰਟ ਦੇ ਵਿੱਚ ਕਿੰਨੀ ਦੂਰੀ ਹੈ। ਹੁਣ ਇੱਥੇ ਤੁਹਾਡਾ ਸਟਾਰਟ ਪੁਆਇੰਟ ਕੀ ਹੈ A, ਐਂਡ ਪੁਆਇੰਟ ਕੀ ਹੈ, ਦੈਟ ਇਜ਼ ਆਲਸੋ A। ਤੁਸੀਂ ਉੱਥੇ ਹੀ ਵਾਪਸ ਆ ਗਏ ਜਿੱਥੋਂ ਸਟਾਰਟ ਕੀਤਾ ਸੀ, ਇਸ ਲਈ ਉਹਨਾਂ ਵਿੱਚ ਦੂਰੀ ਜਦੋਂ ਲਓਗੇ ਤਾਂ ਦੈਟ ਇਜ਼ ਜ਼ੀਰੋ। ਠੀਕ ਹੈ, therefore displacement can be zero, ਜਦੋਂ ਕਿ distance cannot be zero। distance ਉਹੀ ਆਊਗਾ, ਤੁਸੀਂ ਜਿੰਨਾ ਐਕਚੁਅਲ ਪਾਥ ਕਵਰ ਕੀਤਾ ਉਹ distance ਆਊਗਾ। ਕਲੀਅਰ ਹੋ ਗਿਆ? distance depends upon path traveled। ਠੀਕ ਹੈ, magnitude of displacement is independent of path taken। ਜਿਹੜਾ displacement ਦਾ magnitude ਹੈ ਉਹ path ਦੇ ਉੱਤੇ ਡਿਪੈਂਡ ਨਹੀਂ ਕਰਦਾ। ਤੁਸੀਂ ਜਿਹੜੇ ਰਸਤੇ ਤੋਂ ਗਏ ਹੋ, ਜਿਵੇਂ ਆਪਾਂ ਹੁਣੇ ਇੱਕ ਐਗਜ਼ਾਮਪਲ ਲੈ ਰਹੇ ਸੀ, ਮੰਨ ਲਓ ਸਕੁਅਰ ਹੈ ਤਾਂ ਵੈਲਿਊ ਜ਼ੀਰੋ ਆ ਗਈ। ਹੁਣ ਉਹ ਪਾਥ ਦੇ ਉੱਤੇ ਡਿਪੈਂਡ ਨਹੀਂ ਕੀਤਾ, ਪਾਥ ਤੁਸੀਂ ਕਿਵੇਂ ਕਿਵੇਂ ਗਏ। ਤੁਸੀਂ A ਤੋਂ ਚੱਲੇ ਸੀ, ਵਾਪਸ A ਤੇ ਆ ਗਏ ਘੁੰਮ ਕੇ, ਚਾਹੇ ਉਹ ਤੁਸੀਂ ਸਰਕਲ ਦੇ ਰੂਪ ਵਿੱਚ ਆ ਗਏ, ਚਾਹੇ ਤੁਸੀਂ ਸਕੁਅਰ ਦੇ ਰੂਪ ਵਿੱਚ ਆ ਗਏ, ਚਾਹੇ ਇੱਕ ਟ੍ਰਾਇੰਗੂਲਰ ਪਾਥ ਤੇ ਜਾ ਕੇ ਵਾਪਸ A ਤੋਂ ਚੱਲੇ ਸੀ, ਵਾਪਸ A ਤੇ ਆ ਗਏ। ਡਿਸਪਲੇਸਮੈਂਟ ਇਨ ਦੈਟ ਕੇਸ ਵਿਲ ਬੀ ਜ਼ੀਰੋ। ਉਹ ਪਾਥ ਦੇ ਉੱਤੇ ਡਿਪੈਂਡ ਨਹੀਂ ਕਰਦਾ ਹੁੰਦਾ ਮੈਗਨੀਚਿਊਡ। ਓਕੇ ਹੋ ਗਿਆ? ਅਪ ਟੂ ਦਿਸ ਇਜ਼ ਇਟ ਓਕੇ? ਕਿ ਡਿਫਰੈਂਸ ਬਿਟਵੀਨ ਡਿਸਟੈਂਸ ਐਂਡ ਡਿਸਪਲੇਸਮੈਂਟ, ਇਹਦੇ 4-5 ਆਪਣੇ ਕੋਲ ਡਿਫਰੈਂਸਿਸ ਬਣਨਗੇ। ਉਹ ਤੁਸੀਂ ਇਹਨੂੰ ਕਾਪੀ ਦੇ ਉੱਪਰ ਵੀ ਨੋਟ ਕਰ ਲੈਣਾ ਆਪਣੇ। ਠੀਕ ਹੈ, ਧਿਆਨ ਨਾਲ ਲਿਖ ਲੈਣਾ, ਫਿਰ ਇਹਨਾਂ ਨੂੰ ਦੁਬਾਰਾ ਲਰਨ ਕਰ ਲੈਣਾ। ਕਲੀਅਰ? ਇਜ਼ ਇਟ ਓਕੇ ਨਾਓ?